ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਜੀਵਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਥਮਾਲੀ ਟਿਕਣਾ, ਕਨੋਹੇ ਵਿੱਚ ਇਕੱਲਿਆਂ ਅਖੰਡ ਪਾਠ ਕਰਨਾ ਤੇ ਪੁਲਾਹੀਆਂ ਦੀ ਝੰਗੀ ਵਿੱਚ 3 ਤਪ ਕਰਨੇ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸਾਂ ਨੋ ਲੋੜਿਐ ਰੁੱਖਾਂ ਦੀ ਜੀ ਰਾਂਦ। ਥਮਾਲੀ ਸਿੱਖੀ ਜ਼ਿਮੀਂਦਾਰਾਂ ਦਾ ਨਗਰ ਕੱਲਰ ਤੋਂ 4 ਮੀਲ ਦੁਬੇਰਨ ਜਾਂਦੀ ਸੜਕ ਪਰ ਹੈ। ਇੱਥੇ ਹੀ ਪੰਥ ਦੇ ਪ੍ਰਸਿੱਧ ਜਰਨੈਲ ਹਰੀ ਸਿੰਘ ਜੀ ਦੇ ਸਹੁਰੇ ਸਨ। ਨਗਰ ਦੀ ਸੰਗਤ ਗੁਰੂ ਘਰ ਦੀ ਬਹੁਤ ਸ਼ਰਧਾਲੂ ਸੀ। ਸੰਤ ਰਾਮ ਸਿੰਘ ਜੀ ਦਾ ਨਗਰ ਤੋਂ ਬਾਹਰ ਡੇਰਾ ਸੀ, ਜਿੱਥੇ ਆਇਆ ਗਿਆ ਸਾਧੂ ਸੰਤ ਟਿਕਦਾ। ਸੰਤ ਜੀ ਨੇ ਕੁਝ ਦਿਨਾਂ ਆਪ ਕੋਲ ਕੱਟੇ ਤੇ ਆਪਣਾ ਫੁਰਨਾ ਦੱਸਿਆ ਕਿ ਅਸੀਂ ਇਕਾਂਤ ਥਾਂ ਤੇ ਬੈਠ ਕੇ ਤਪ ਕਰਨਾ ਚਾਹੁੰਦੇ ਹਾਂ। ਸੰਤ ਰਾਮ ਸਿੰਘ ਜੀ ਆਪ ਨੂੰ ਅਗਲੀ ਸਵੇਰ ਕਨੋਹੇ ਲੈ ਆਏ। ਇੱਥੇ ਹੀ ਸੰਤ ਰਾਮ ਸਿੰਘ ਜੀ ਦਾ ਦੂਜਾ ਡੇਰਾ ਸੀ। ਇਸ ਦੇ ਨਾਲ ਕੱਸੀ ਵਗਦੀ ਸੀ, ਜਿਸ ਵਿੱਚ ਪਾਣੀ ਦੇ ਚਸ਼ਮੇ ਫੁੱਟ-ਫੁੱਟ ਕੇ ਨਿਕਲਦੇ ਸਨ। ਨਗਰ ਵਿੱਚ ਵੀ ਖੂਹਾਂ ਦਾ ਪਾਣੀ ਚੰਗਾ ਸੀ। ਇੱਥੇ ਗੁਰਦੁਆਰਾ ਵੀ ਹੈ ਸੀ। ਕਨੋਹਾ ਥੋਹਾ ਖਾਲਸਾ ਸੜਕ ਪਰ ਥਮਾਲੀ ਤੋਂ 2 ਮੀਲ ਦੂਰ ਹੈ। ਇਹ ਥਾਂ ਸੰਤ ਜੀ ਨੂੰ ਪਸੰਦ ਆ ਗਈ ਤੇ ਗੁਰਦੁਆਰੇ ਵਿੱਚ ਟਿਕ ਪਏ। ਬਹੁਤੇ ਤੜਕੇ ਕੱਸ ਦੇ ਕੰਡੇ ਚਲੇ ਜਾਂਦੇ ਤੇ ਦੁਪਹਿਰੇ ਪ੍ਰਸ਼ਾਦੇ ਸਮੇਂ ਗੁਰਦੁਆਰੇ ਆ ਜਾਂਦੇ। ਕਿਸੇ ਨਾਲ ਗੱਲਬਾਤ ਨਾ ਕਰਦੇ ਤੇ ਪ੍ਰਸ਼ਾਦਾ 8 ਪਹਿਰਾ ਹੀ ਬਹੁਤਾ ਛਕਦੇ। ਗੁਰਦੁਆਰੇ ਦੇ ਐਨ ਸਾਹਮਣੇ ਭਾਈ ਵਜ਼ੀਰ ਸਿੰਘ ਦਾ ਘਰ ਸੀ। ਉਸ 'ਤੇ ਖਾਸ ਕਰਕੇ ਉਸ ਦੀ ਸੁਪਤਨੀ ਮਾਤਾ ਭਾਗ ਭਰੀ ਚੰਗੇ ਗੁਰੂ ਘਰ ਦੇ ਪ੍ਰੇਮੀ ਸੰਤ ਸੇਵੀ ਸਨ। ਇਹਨਾਂ ਦਾ ਕਾਕਾ ਬਿਮਾਰ ਹੋ ਗਿਆ ਤਾਂ ਅਖੰਡ ਪਾਠ ਕਰਾਉਣਾ ਸੋਚਿਆ। ਸੰਤ ਰਾਮ ਸਿੰਘ ਜੀ ਪਾਸ ਬੇਨਤੀ ਕੀਤੀ, ਅਸੀਂ ਚਾਹੁੰਦੇ ਹਾਂ ਕਿ ਪਾਠ ਗੁਰਮੁਖ ਸੰਤ ਜੀ ਸ਼ੁਰੂ ਕਰਨ। ਸੰਤ ਜੀ ਚੂੰਕਿ ਗੱਲਬਾਤ ਕਿਸੇ ਨਾਲ ਨਹੀਂ ਸਨ ਕਰਦੇ, ਸੋ ਲੋਕੀ ਇਹਨਾਂ ਨੂੰ ਗੁਰਮੁਖ ਸੰਤ ਵੀ ਕਹਿ ਦਿੰਦੇ। ਸੰਤ ਰਾਮ ਸਿੰਘ ਜੀ ਨੇ ਕਿਹਾ ਕਿ ਉਹ ਕਸ ਕੰਡੇ ਬੈਠੇ ਹੋਣਗੇ, ਸਵੇਰੇ ਹੀ ਜਾ ਕੇ ਬੇਨਤੀ ਕਰਨੀ। ਆਸ ਹੈ ਜ਼ਰੂਰ ਮੰਨ ਲੈਣਗੇ ਤੇ ਤੁਹਾਡੇ ਨਾਲ ਚੱਲੇ ਆਉਣਗੇ। ਤੁਸੀਂ ਸਮੱਗਰੀ ਤਿਆਰ ਕਰੋ। ਅਗਲੇ ਦਿਨ ਕੜਾਹ ਪ੍ਰਸ਼ਾਦ ਤਿਆਰ ਕਰਕੇ ਭਾਈ ਵਜੀਰ ਸਿੰਘ ਜੀ ਨੇ ਕਸ ਕੰਡੇ ਸਮਾਧੀ ਸਥਿਤ ਸੰਤ ਜੀ ਦੇ ਦਰਸ਼ਨ ਪਰਸੇ ਤੇ ਅਖੰਡ ਪਾਠ ਆਰੰਭ ਕਰਨ ਲਈ ਬੇਨਤੀ ਕੀਤੀ। ਇਸੇ ਤਰ੍ਹਾਂ ਹੀ ਹੋਇਆ। ਸੰਤ ਜੀ ਉੱਠ ਖੜੇ ਹੋਏ, ਭਾਈ ਵਜੀਰ ਸਿੰਘ ਨਾਲ ਗੁਰਦੁਆਰੇ ਪੁੱਜ ਗਏ। ਗ੍ਰੰਥੀ ਜੀ ਨੇ ਸੰਖ ਪੂਰਿਆ, ਸਭ ਸੰਗਤ ਗੁਰਦੁਆਰੇ ਜੁੜ ਗਈ। ਪੂਰੇ 10 ਵਜੇ ਅਰਦਾਸ ਪਿੱਛੋਂ ਸੰਤ ਜੀ ਨੇ ਪਾਠ ਦਾ ਆਰੰਭ ਕੀਤਾ। ਏਕ ਓਂਕਾਰ ਸਤਿਗੁਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪੜ੍ਹਦਿਆਂ ਹੀ ਸੰਗਤ ਵਾਹ ਵਾਹ ਕਹਿ ਉੱਠੀ। ਬੜੀ ਉੱਚੀ ਤੇ ਸੁਰੀਲੀ ਆਵਾਜ਼ ਸੀ। ਜਪਜੀ ਸਾਹਿਬ ਦੇ ਭੋਗ ਪਿੱਛੋਂ ਕੜਾਹ ਪ੍ਰਸ਼ਾਦ ਵਰਤਿਆ ਤੇ ਪਾਠੀ ਪ੍ਰੇਮੀ ਸੰਤ ਜੀ ਕੋਲ ਪਾਠ ਲੈਣ ਦਾ ਯਤਨ ਕੀਤਾ, ਪਰ ਸੰਤ ਜੀ ਬੈਠੇ ਰਹੇ। ਕੰਮ ਕਾਰਾਂ ਵੇਲੇ ਮਾਈ ਭਾਈ ਘਰੋਂ ਘਰੀ ਚਲੇ ਗਏ, ਪਰ ਆਵਾਜ਼ ਅੱਧ ਮੀਲ ਤੱਕ ਸੁਣੀਦੀ ਸੀ, ਸੋ ਕੰਨ ਸਭ ਦੇ ਗੁਰਦੁਆਰੇ ਵੱਲ ਹੀ ਰਹੇ। 1-2 ਵਾਰੀ ਯਤਨ ਕਰਨ ਪਰ ਵੀ ਸੰਤ ਜੀ ਨਾ ਉੱਠੇ। ਆਖਰ ਸੰਤ ਰਾਮ ਸਿੰਘ ਜੀ ਨੇ ਬੇਨਤੀ ਕਰਨ ਪਰ ਸੰਤ ਜੀ 6 ਵਜੇ ਸ਼ਾਮ ਉੱਠੇ, ਪਰ ਜਲਦੀ ਕੁਝ ਛੱਕ ਕੇ ਫਿਰ ਬੈਠ ਗਏ। ਇਕੱਲੇ ਹੀ ਪਾਠ ਕਰਦੇ ਰਹੇ। ਰਾਤ ਨੂੰ ਗੁਰਦੁਆਰਾ ਸਾਹਿਬ ਸੰਗਤ ਨਾਲ ਫਿਰ ਭਰ ਗਿਆ। ਸੰਤ ਜੀ ਨੇ ਪਾਠ ਜਾਰੀ ਰੱਖਿਆ। ਨਾ ਆਵਾਜ਼ ਤੇ ਨਾ ਸੁਰ ਵਿੱਚ ਫਰਕ ਪਿਆ। ਰਾਤ ਦੇ 10 ਵਜੇ, 12 ਵਜੇ, 2 ਵਜੇ, ਫਿਰ 4 ਵਜੇ ਛੈਨੇ ਪਾਸ ਰੱਖੇ ਹੋਏ ਸਨ ਕਿ ਜਦੋਂ ਚਾਹਣਗੇ ਬਜਾ ਕੇ ਪਾਠੀ ਬਦਲ ਦਿਆਂਗੇ। 4 ਵਜੇ ਸੰਤ ਪਾਠ ਤੋਂ ਉੱਠੇ, ਜਲਦੀ ਨਾਲ ਜੰਗਲ ਪਾਣੀ ਹੋ ਕੇ ਇਸ਼ਨਾਨ ਕਰਕੇ ਫਿਰ ਬੈਠ ਗਏ ਤੇ ਸਾਰਾ ਦਿਨ ਬੈਠੇ ਇਕੱਲੇ ਪਾਠ ਕਰੀ ਗਏ। ਦੂਜੀ ਸ਼ਾਮ 6 ਵਜੇ ਆਪ ਜੀ ਨੂੰ ਉਠਾਇਆ ਗਿਆ। ਅੱਗੇ ਵਾਂਗ ਜਲਦੀ ਹੀ ਫੇਰ ਬੈਠ ਗਏ ਤੇ ਅਗਲੀ ਸਾਰੀ ਰਾਤ ਵੀ ਪਾਠ ਆਪ ਨੇ ਹੀ ਕੀਤਾ। ਪਾਠ ਦਾ ਭੋਗ ਤਾਂ ਸਵੇਰੇ 4 ਵਜੇ ਪੈ ਸਕਦਾ ਸੀ। ਆਪ ਦਾ ਪਾਠ ਬਹੁਤ ਸੁੰਦਰ ਤੇ ਤੇਜ਼ ਵੀ ਸੀ, ਪਰ ਮਾਈ ਭਾਗ ਭਰੀ ਦੇ ਇਸ਼ਾਰਾ ਦੇਣ ਪਰ ਕਿ ਭੋਗ ਦਿਨ ਚੜੇ ਪਾਣਾ ਹੈ, ਸੰਤ ਜੀ ਨੇ ਪਾਠ ਹੌਲੀ ਕਰ ਦਿੱਤਾ। ਪਾਠ ਦਾ ਭੋਗ ਪਿਆ। ਅਰਦਾਸ ਹੋ ਕੇ ਕੜਾਹ ਪ੍ਰਸ਼ਾਦ ਵਰਤਿਆ। ਸੰਤ ਰਾਮ ਸਿੰਘ ਜੀ ਥਮਾਲੀ ਚਲੇ ਗਏ ਤੇ ਸੰਤ ਜੀ ਗੁਰਦੁਆਰੇ ਕਨੋਹੇ ਟਿਕੇ। ਨੇੜੇ ਦੇ ਨਗਰਾਂ ਵਿੱਚ ਸੰਤ ਜੀ ਦੀ ਵਡਿਆਈ ਦੀ ਖੁਸ਼ਬੂ ਖਿਲਰ ਗਈ। ਬਹੁਤ ਮਾਈ ਭਾਈ ਦਰਸ਼ਨ ਲਈ ਆਉਣ ਲੱਗ ਪਏ। ਮਾਇਆ, ਫਲ, ਮਿਠਾਈ ਜੋ ਕੁਝ ਵੀ ਲੋਕ ਲਿਆਉਂਦੇ ਆਪ ਉਸ ਸਮੇਂ ਵੰਡ ਦਿੰਦੇ। ਕਨੋਹਾ ਨਗਰ ਦੇ ਨੇੜੇ ਹੀ ਨੀਵੀਂ ਜ਼ਮੀਨ ਵਿੱਚ ਫਲਾਈਆਂ ਦੇ ਸੰਘਣੇ ਬਹੁਤੇ ਰੁੱਖ ਸਨ, ਜਿਵੇਂ ਛੋਟਾ ਜਿਹਾ ਜੰਗਲ ਦਾ ਟੁਕੜਾ ਹੁੰਦਾ ਹੈ। ਇੱਥੇ ਬਹੁਤ ਭਾਰੀ ਇੱਕ ਨਾਗ ਰਹਿੰਦਾ ਸੀ, ਜੋ ਕਈ ਵਾਰੀ ਲੋਕਾਂ ਨੇ ਵੇਖਿਆ ਸੀ, ਜਿਸ ਦੇ ਡਰ ਨਾਲ ਲੋਕੀ ਉਸ ਝੰਗੀ ਵਿੱਚ ਨਹੀਂ ਸਨ ਜਾਂਦੇ, ਬਲਕਿ ਦੂਰੋਂ ਬੁਲਾ ਪਾ ਕੇ ਜਾਇਆ ਕਰਦੇ ਸਨ। ਇੱਕ ਦਿਨ ਸੰਤ ਜੀ ਮੂੰਹ ਹਨੇਰੇ ਹੀ ਉਸ ਝੰਗੀ ਵਿੱਚ ਆ ਕੇ ਇੱਕ ਰੁੱਖ ਹੇਠ ਬੈਠ ਗਏ ਤੇ 5 ਦਿਨ ਰਾਤ ਅਡੋਲ ਭਜਨ ਕਰਦੇ ਰਹੇ। ਭਾਈ ਵਜੀਰ ਸਿੰਘ ਤੇ ਸਾਰੇ ਨਗਰ ਵਾਸੀ ਆਪ ਦੀ ਦੂਰ ਨੇੜੇ ਭਾਲ ਕਰਦੇ ਰਹੇ, ਪਰ ਕੁਝ ਪਤਾ ਨਾ ਲੱਗਾ। ਭਾਈ ਵਜੀਰ ਸਿੰਘ 6ਵੇਂ ਦਿਨ ਆਪਣੇ ਖੇਤਾਂ ਵਿੱਚ ਫੇਰਾ ਮਾਰ ਰਿਹਾ ਸੀ। ਝੰਗੀ ਵੱਲ ਨੀਝ ਲਾ ਕੇ ਵੇਖਦਿਆਂ ਇੱਕ ਪਲਾਈ ਥੱਲੇ ਬੈਠੇ ਸੰਤ ਜੀ ਨਜ਼ਰੀ ਪੈ ਗਏ। ਵੇਖ ਦੌੜ ਕੇ ਆਇਆ ਤੇ ਚਰਨ ਫੜ ਲਏ। ਮਹਾਰਾਜ, ਸਾਨੂੰ ਬਹੁਤ ਦੋਸ਼ ਲੱਗਾ। ਅਸੀਂ ਇਤਨੇ ਦਿਨ ਖਾਂਦੇ ਪੀਂਦੇ ਰਹੇ ਹਾਂ ਅਤੇ ਆਪ ਭੁੱਖੇ ਪਿਆਸੇ ਇਤਨੇ ਦਿਨ ਤੋਂ ਬੈਠੇ ਹੋ। ਸੰਤ ਜੀ ਨੇ ਕਿਹਾ ਕਿ ਅਸੀਂ ਆਪ ਦਾ ਕੋਈ ਦੋਸ਼ ਨਹੀਂ, ਆਪ ਨੂੰ ਤਾਂ ਪਤਾ ਹੀ ਨਹੀਂ ਸੀ। ਭਾਈ ਵਜੀਰ ਸਿੰਘ ਜਲਦੀ ਨਾਲ ਘਰ ਗਿਆ।
ਸਮਾਂ ਬਚਾਉਣ ਲਈ ਰੋਟੀ ਜਲਦੀ ਨਾਲ ਪਕਵਾ ਕੇ ਬਿਨਾਂ ਸਬਜ਼ੀ ਦੇ ਹੀ ਚੂਰੀ ਕੁੱਟ ਕੇ ਲੈ ਆਇਆ ਤੇ ਸੰਤ ਜੀ ਨੂੰ ਬੜੇ ਪ੍ਰੇਮ ਨਾਲ ਛਕਾਈ। ਸੰਤ ਜੀ ਪਰ ਧੁੱਪ ਆ ਰਹੀ ਵੇਖ ਕੇ ਥਮਾਲੀ ਸੰਤ ਰਾਮ ਸਿੰਘ ਜੀ ਕੋਲ ਪੁੱਜਾ। ਉਹ ਨਾਲ ਆਏ ਤੇ ਸਲਾਹ ਕਰਕੇ ਸੰਤ ਜੀ ਲਈ ਇੱਕ ਛੱਪਰ ਪਾ ਦਿੱਤਾ। ਇੱਕ ਦਿਨ ਵਜ਼ੀਰ ਸਿੰਘ ਦਾ ਛੋਟਾ ਭਾਈ ਬੂਟਾ ਸਿੰਘ ਦਰਸ਼ਨ ਲਈ ਆਇਆ ਤਾਂ ਉਸਨੇ ਉਹ ਭਾਰੀ ਨਾਗ ਬੈਠਾ ਹੋਇਆ ਵੇਖਿਆ ਤਾਂ ਉੱਪਰ ਨਗਰ ਵਿੱਚ ਜਾ ਕੇ ਰੌਲਾ ਪਾ ਦਿੱਤਾ ਕਿ ਸੰਤ ਜੀ ਨੂੰ ਜ਼ਰੂਰ ਨਾਗ ਨੇ ਖਾ ਲਿਆ ਹੋਣਾ ਹੈ। ਇਹ ਸੁਣ ਕੇ ਲੋਕੀ ਸੋਟੇ ਆਦਿਕ ਲੈ ਕੇ ਝੰਗੀ ਨੇੜੇ ਆ ਕੇ ਖਲੋ ਗਏ। ਸੰਤ ਜੀ ਨੇ ਆਵਾਜ਼ ਮਾਰੀ ਕਿ ਆ ਜਾਓ, ਕੋਈ ਡਰ ਨਹੀਂ, ਸਰਪ ਚਲਾ ਗਿਆ ਹੈ, ਦਰਸ਼ਨ ਦੇਣ ਆਇਆ ਸੀ, ਹੁਣ ਨਹੀਂ ਆਵੇਗਾ। ਤੇ ਵਾਕਈ ਫਿਰ ਕਦੀ ਕਿਸੇ ਨੇ ਉਸ ਸਰਪ ਨੂੰ ਨਹੀਂ ਵੇਖਿਆ। ਛੱਪੜ ਹੋਣ ਕਰਕੇ ਉੱਪਰ ਥਾਂ ਛਾਂ ਰਹਿੰਦੀ ਸੀ, ਪਰ ਸੂਰਜ ਚੜ੍ਹਨ ਤੇ ਡੁੱਬਣ ਵੇਲੇ ਪਾਸਿਆਂ ਤੋਂ ਧੁੱਪ ਲੱਗਦੀ। ਜੇਠ ਹਾੜ ਦੇ ਦਿਨ ਸਨ। ਇਸ ਤਪਸ਼ ਤੇ ਧੁੱਪ ਨਾਲ ਸੰਤ ਜੀ ਦਾ ਰੰਗ ਨੀਲਾ ਪੈ ਗਿਆ। ਭਾਈ ਵਜ਼ੀਰ ਸਿੰਘ ਸੰਤ ਰਾਮ ਜੀ ਨੂੰ ਬੁਲਾ ਲਿਆਏ। ਸੰਤ ਜੀ ਨਾਲ ਸਲਾਹ ਕਰਕੇ ਜਲਦੀ ਕੁਟੀਆ ਤਿਆਰ ਕਰਵਾ ਦਿੱਤੀ। ਦੋਵੇਂ ਸਲੇ ਜਲ ਪ੍ਰਸ਼ਾਦਾ ਲੈ ਕੇ ਝੰਗੀ ਵਿੱਚ ਆ ਪਾਉਂਦਾ। ਮਾਤਾ ਭਾਗ ਭਰੀ ਤੇ ਹੋਰ ਮਾਈਆਂ ਦੂਰੋਂ ਹੀ ਦਰਸ਼ਨ ਕਰਕੇ ਚਲੀਆਂ ਜਾਂਦੀਆਂ। ਭਾਈ ਵਜ਼ੀਰ ਸਿੰਘ ਨੇ ਇੱਕ ਦਿਨ ਬੇਨਤੀ ਕੀਤੀ ਕਿ ਮੈਂ ਕੱਲ ਪਿੰਡ ਤੋਂ ਬਾਹਰ ਜਾਣਾ, ਜੇ ਤੁਸੀਂ ਆਗਿਆ ਦਿਓ ਤਾਂ ਪ੍ਰਸ਼ਾਦਾ ਮੇਰੀ ਸੁਪਤਨੀ ਲਿਆਇਆ ਕਰੇਗੀ। ਸੰਤ ਜੀ ਨੇ ਕੇਵਲ ਦੁਪਹਿਰੇ 8 ਪੈਰਾ ਪ੍ਰਸ਼ਾਦਾ ਲਿਆਉਣ ਦੀ ਆਗਿਆ ਦੇ ਦਿੱਤੀ ਤੇ ਨਾਲ ਹੀ ਆਪ ਨੇ ਫਰਮਾਇਆ ਕਿ ਧਰਮ ਦੀ ਕਮਾਈ ਦਾ ਪ੍ਰਸ਼ਾਦਾ ਉੱਤਮ ਹੈ। ਸਾਡੇ ਲਈ ਪ੍ਰਸ਼ਾਦਾ ਉਸ ਅਨਾਜ ਦਾ ਤਿਆਰ ਕਰਨਾ ਜੋ ਆਪ ਦੀ ਜ਼ਮੀਨ ਵਿੱਚੋਂ ਆਉਂਦਾ ਹੈ, ਸੂਦ ਆਦਿਕ ਦੀ ਕਮਾਈ ਵਿੱਚੋਂ ਨਹੀਂ। ਸੰਤ ਜੀ ਨੇ ਇੱਕ ਦਿਨ ਥੋੜਾ ਟੋਇਆ ਪੁੱਟਿਆ ਤਾਂ ਸੋਹਣਾ ਜਲ ਨਿਕਲ ਆਇਆ। ਹੁਕਮ ਕੀਤਾ ਅੱਗੇ ਤੋਂ ਜਲ ਨਾ ਲਿਆਇਆ ਕਰੋ। ਕਰਤਾਰ ਨੇ ਇੱਥੇ ਜਲ ਦੇ ਦਿੱਤਾ। ਇੱਥੇ ਹੀ ਹੋਰ ਕਮਰਾ ਤਿਆਰ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਖਤਪੋਸ਼ ਪਰ ਹੋ ਗਿਆ ਤੇ ਸੰਤ ਜੀ ਪਾਠ ਵੀ ਕਰਦੇ ਰਹੇ। ਭਾਈ ਵਜ਼ੀਰ ਸਿੰਘ ਨੇ ਘਰ ਵਿੱਚ ਸਲਾਹ ਕਰਕੇ ਉੱਥੇ ਖੂਹ ਲਵਾਉਣ ਦੀ ਯਾਚਨਾ ਕੀਤੀ। ਸੰਤ ਜੀ ਨੇ ਕਿਹਾ ਕਿ ਸੱਤ ਬਚਨ ਚੰਗਾ ਕੰਮ ਹੈ। ਖੂਹ ਦੀ ਪਟਾਈ ਹੁੰਦੀ ਗਈ, ਪਰ ਕਰੀਬ 15 ਹੱਥ ਦੂਰੀ ਤੱਕ ਪੁੱਟਣ ਪਰ ਵੀ ਪਾਣੀ ਨਹੀਂ ਨਿਕਲਿਆ। ਰਾਤ ਨੂੰ ਆਪਣੇ ਘਰ ਵਿੱਚ ਭਾਈ ਵਜ਼ੀਰ ਸਿੰਘ ਨੇ ਫਿਕਰ ਜ਼ਾਹਰ ਕੀਤਾ ਕਿ ਪਾਣੀ ਖਬਰੇ ਕਦੋਂ ਨਿਕਲੇਗਾ। ਅਗਲੇ ਦਿਨ ਵੇਖ ਕੇ ਹੈਰਾਨ ਗਿਆ ਕਿ ਪਾਣੀ ਸਾਫ਼ ਵਿਖਾਈ ਦੇ ਰਿਹਾ। ਸੰਤ ਮਹਾਰਾਜ ਨੂੰ ਚਾਈ ਦਾਸ ਸਾਹਿਬ ਨੇ ਹੱਸ ਕੇ ਕਿਹਾ ਕਿ ਰਾਤ ਨੂੰ ਤੁਸੀਂ ਫਿਕਰ ਕਰਦੇ ਸੀ, ਸੋ ਅਸੀਂ ਭਗਵਾਨ ਨੂੰ ਬੇਨਤੀ ਕਰਕੇ ਜਲ ਮੰਗਵਾ ਲਿਆ ਹੈ। ਮਾਈ ਭਾਗ ਭਰੀ ਨੇ ਕਿਹਾ ਕਿ ਹਾਂ ਮਹਾਰਾਜ, ਇਹ ਘਬਰਾਏ ਹੋਏ ਫਿਕਰ ਕਰਦੇ ਸਨ। ਖੂਹ ਦੀ ਉਸਾਰੀ ਹੋ ਜਾਣ ਪਰ ਇਸ ਭਾਗ ਵਾਲੇ ਜੋੜੇ ਨੇ ਯੱਗ ਕਰਨ ਦਾ ਸੰਕਲਪ ਦੱਸਿਆ। ਸੰਤ ਜੀ ਨੇ ਖੁਸ਼ੀ ਨਾਲ ਪ੍ਰਵਾਨਗੀ ਦੇ ਦਿੱਤੀ। ਨਗਰਾਂ ਵਿੱਚ ਮਿਲ ਕੇ ਖਬਰ ਕਰਵਾ ਦਿੱਤੀ। ਰਸਦ ਪਾਣੀ ਇਕੱਠਾ ਹੋ ਗਿਆ। ਕੜਾਹ ਪ੍ਰਸ਼ਾਦ, ਦਾਲਾਂ ਪਾਜਾ ਤਿਆਰ ਹੋ ਕੇ ਪ੍ਰਸ਼ਾਦੇ 'ਚ ਪੱਕਦੇ ਰਹੇ। ਸਮੇਂ ਨੂੰ ਸੁਭਾਏਮਾਨ ਕਰਨ ਲਈ ਕਰਤਾਰ ਨੇ ਇੱਕ ਵਾਰੀ ਜੱਥਾ ਵੀ ਭੇਜ ਦਿੱਤਾ। ਦੀਵਾਨ ਸਜਿਆ, ਕੀਰਤਨ ਪ੍ਰਚਾਰ ਦਾ ਖੂਬ ਰੰਗ ਬੰਨਿਆ। ਭਾਈ ਵਜ਼ੀਰ ਸਿੰਘ ਜੀ ਅੰਦਾਜ਼ੇ ਨਾਲ ਆ ਗਈ ਸੰਗਤ ਵੇਖ ਕੇ ਘਬਰਾਇਆ ਤੇ ਸੰਤ ਜੀ ਕੋਲ ਆ ਕੇ ਬੇਨਤੀ ਕੀਤੀ, ਦੇਖ ਤਾਂ 26 ਸੇਰ ਬਣੀ ਹੈ ਤੇ ਆਟਾ ਕੇਵਲ 4 ਬੋਰੀ ਦਾ ਪੱਕਿਆ। ਹੁਕਮ ਕਰੋ ਤਾਂ ਹੋਰ ਦਾ ਪ੍ਰਬੰਧ ਹੁਣੇ ਕਰਾਂ, ਮੈਨੂੰ ਡਰ ਹੈ ਕਿ ਤੋੜ ਜ਼ਰੂਰ ਆ ਜਾਵੇਗੀ। ਸੰਤ ਜੀ ਨੇ ਸਾਰੀ ਸਮੱਗਰੀ ਉੱਪਰ ਚਿੱਟੀ ਚਾਦਰ ਪਵਾ ਦਿੱਤੀ। ਅਰਦਾਸਾ ਸੋਧ ਕੇ ਵਰਤਾਉਣ ਦੀ ਆਗਿਆ ਕੀਤੀ, ਪਰ ਆਪ ਕੋਲ ਬੈਠ ਕੇ ਪਾਠ ਕਰਦੇ ਰਹੇ। ਹਰ ਤਰ੍ਹਾਂ ਸਭ ਸੰਗਤਾਂ ਪ੍ਰਸੰਨ ਹੋ ਕੇ ਛਕ ਕੇ ਗਈਆਂ। ਨਾਲ ਪ੍ਰਸ਼ਾਦੇ ਵੀ ਥੋੜਾ ਸਭ ਲੈ ਗਏ। ਨਗਰ ਵਾਸੀਆਂ ਨੇ ਪ੍ਰਸ਼ਾਦੇ ਸਭ ਡੰਗਰਾਂ ਨੂੰ ਵੀ ਮੂੰਹ ਲਵਾਇਆ, ਪਰ ਹਰ ਚੀਜ਼ ਵਧੀ ਰਹੀ। ਸੰਤ ਜੀ ਨੇ ਭਾਈ ਵਜ਼ੀਰ ਸਿੰਘ ਨੂੰ ਕਿਹਾ ਕਿ ਗੁਰੂ ਦਾ ਲੰਗਰ ਕਦੇ ਵੀ ਤੋੜ ਨਹੀਂ ਆਵੇਗੀ। ਭਰੋਸਾ ਰੱਖ ਕੇ ਅਰਦਾਸਾ ਸੋਧ ਕੇ ਵਰਤਾਂਦੇ ਜਾਓ। ਇਹ ਸਭ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਰਕਤ ਹੈ। ਅਸੀਂ ਤਾਂ ਇਹ ਸ਼ਬਦ ਪੜ੍ਹਦੇ ਰਹੇ ਸਾਂ। ਤੀਚਰ ਮੂਲ ਨਾ ਥੋੜੀਂਦੀ, ਜਿਚਰ ਆਪ ਕਿਰਪਾਲ, ਸ਼ਬਦ ਅਖਟ ਬਾਬਾ ਨਾਨਕਾ, ਖਾਹੇ ਖਰਚੈ ਧਨਮਾਲ। ਤੁਸੀਂ ਵੀ ਇਹ ਸ਼ਬਦ ਲੋੜ ਪਵੇ ਤਾਂ ਪੜ੍ਹਨਾ, ਕਦੀ ਤੋੜ ਨਹੀਂ ਆਵੇਗੀ। ਧੰਨ ਧੰਨ ਗੁਰੂ ਨਾਨਕ ਦੇਵ ਜੀ, ਧੰਨ ਧੰਨ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਰੀਤ, ਲੰਗਰ ਦੀ ਰੀਤ, ਕਦੇ ਵੀ ਪ੍ਰਸ਼ਾਦੇ ਦੀ ਕਮੀ ਨਹੀਂ ਆਈ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਮਸਤੂਆਣਾ ਸਾਹਿਬ ਵਾਲੇ।